ਅੱਗੇ ਪੜ੍ਹਦੇ ਹਾਂ ਜੀ। ਮੈਚ ਲਿਸਟ 1। ਲਿਸਟ 1 ਕੀ ਆ? ਏਂਸ਼ੀਅੰਟ ਸਾਈਟ, ਕੋਈ ਪੁਰਾਣੀ ਸਾਈਟ ਹੈ, ਜਗ੍ਹਾ ਦਾ ਨਾਂ ਆ। ਐਂਡ ਵਿਦ ਲਿਸਟ 2, 2 ਮਤਲਬ ਆਰਕੀਓਲੋਜੀਕਲ ਫਾਈਂਡਿੰਗ, ਵੀ ਸਾਨੂੰ ਉੱਥੋਂ ਕੀ ਮਿਲਿਆ। ਐਂਡ ਸਿਲੈਕਟ ਦਾ ਕਰੈਕਟ ਆਂਸਰ ਯੂਜ਼ਿੰਗ ਦਾ ਕੋਰਸ ਗਿਵਨ ਬਿਲੋ ਦਾ ਲਿਸਟ। ਮੈਚ ਕਰਨੇ ਆ ਜੀ। ਲੋਥਲ, ਲੋਥਲ ਪਲੋਟ ਫੀਲਡ ਹੈ ਨਾ, ਪਲੋਟ ਫੀਲਡ ਹੁੰਦਾ ਜੀ ਜਿੱਥੇ ਹਲ ਚਲਾਇਆ ਹੋਇਆ ਖੇਤ। ਅਜਿਹਾ ਸਾਨੂੰ ਜ਼ਮੀਨ ਮਿਲੀ ਆ ਖੁਦਾਈ ਦੇ ਦੌਰਾਨ ਜਿੱਥੋਂ ਪਤਾ ਲੱਗਦਾ ਵੀ ਇਸ ਧਰਤੀ 'ਤੇ ਹਲ ਚਲਾਇਆ ਗਿਆ ਸੀ। ਠੀਕ। ਅਤੇ ਲੋਥਲ ਤਾਂ ਆਪਾਂ ਨੂੰ ਯਾਦ ਆ ਜੀ। ਲੋਥਲ ਹੈ ਡੌਕਯਾਰਡ, ਪਹਿਲਾਂ ਵੀ ਆਇਆ ਪ੍ਰਸ਼ਨ ਇਹ। ਲੋਥਲ ਹੋ ਗਿਆ 2, ਵੀ ਜਿੱਥੇ ਸਮੁੰਦਰੀ ਜਹਾਜ਼ ਰੁਕਦੇ ਸੀ, ਠਹਿਰਦੇ ਸੀ। ਇਹਦਾ ਹੋ ਗਿਆ 2, ਇਹਦਾ ਹੋ ਗਿਆ 2। ਇਹਦਾ ਮਤਲਬ C ਅਤੇ A ਚੱਕ ਲਓ, B ਅਤੇ D 'ਚੋਂ ਆਨਸਰ ਆ। ਠੀਕ ਹੈ ਜੀ। ਅੱਗੇ ਹੈ ਜੀ ਕਾਲੀ ਬੰਗਾ। ਕਾਲੀ ਬੰਗਾ ਵਿੱਚ ਪਲੌਡ ਫੀਲਡ ਮਿਲਿਆ ਆ। ਇਹ ਇੰਪੋਰਟੈਂਟ ਆ ਜੀ। ਕਾਲੀ ਬੰਗਾ ਵਿੱਚ ਵਾਹਿਆ ਹੋਇਆ ਖੇਤ ਮਿਲਿਆ ਆ। ਤਾਂ B ਦਾ ਹੋ ਗਿਆ ਪਹਿਲਾ, B ਦਾ ਹੋ ਗਿਆ ਪਹਿਲਾ। ਅੱਛਾ, ਇਹ ਵੀ ਮੈਚ ਕਰ ਗਿਆ। ਹੁਣ ਅੱਗੇ ਦੇਖਦੇ ਜੀ। ਧੌਲਾਵੀਰਾ, ਧੌਲਾਵੀਰਾ ਅਤੇ ਬਨਾਵਲੀ, ਇਹਨਾਂ ਵਿੱਚ ਗੱਲ ਫਸ ਗਈ। ਧੌਲਾਵੀਰਾ ਆ ਜੀ ਚੌਥਾ। An inscription comprising 10 large sized signs of the ਹੜੱਪਨ ਸਕ੍ਰਿਪਟ। ਸ਼ਾਇਦ ਤੁਹਾਨੂੰ ਇਹ ਯਾਦ ਰਹਿ ਜਾਏ ਤਾਂ ਵੀ ਠੀਕ ਆ, ਜੇ ਨਹੀਂ ਰਹੇ ਤਾਂ ਆਹ ਬਨਾਵਲੀ ਵਾਲਾ ਵੀ ਇੰਪੋਰਟੈਂਟ ਆ। ਡੀ ਦਾ ਤੀਜਾ। ਬਨਾਵਲੀ ਤੋਂ ਸਾਨੂੰ ਟੈਰਾਕੋਟਾ ਰੈਪਲੀਕਾ ਆਫ ਏ ਪਲੋ, ਇੱਕ ਹੱਲ ਮਿਲਿਆ ਜੀ ਟੈਰਾਕੋਟਾ ਦਾ ਬਣਿਆ ਹੋਇਆ ਬਨਾਵਲੀ ਤੋਂ। ਇਹ ਤੁਸੀਂ ਲਿਖ ਲੈਣੇ, ਯਾਦ ਕਰ ਲੈਣੇ। ਲੋਥਲ ਤੋਂ, ਲੋਥਲ ਕੀ ਸੀ? ਡੌਕਯਾਰਡ। ਕਾਲੀ ਬੰਗਾ ਤੋਂ ਪਲੌਡ ਫੀਲਡ, ਵਾਹਿਆ ਹੋਇਆ ਖੇਤ। ਧੌਲਾਵੀਰਾ ਤੋਂ ਇੱਕ ਅਜਿਹਾ ਸ਼ਿਲਾਲੇਖ ਜਿੱਥੇ ਕੁਛ ਉਹਨਾਂ ਦੇ ਹੜੱਪਨ ਸਕ੍ਰਿਪਟ ਦੇ ਸਾਈਨ ਮਿਲੇ ਆ। ਅਤੇ ਬਨਾਵਲੀ ਟੈਰਾਕੋਟਾ ਦਾ ਬਣਿਆ ਹੋਇਆ, ਚੀਕਣੀ ਮਿੱਟੀ ਦਾ ਬਣਿਆ ਹੋਇਆ ਹੱਲ ਮਿਲਿਆ। ਅੱਗੇ ਚੱਲਦੇ ਜੀ। ਵਿਚ ਵਨ ਆਫ ਦਾ ਫੋਲੋਇੰਗ ਸਟੇਟਮੈਂਟਸ ਇਜ਼ ਨੋਟ ਕਰੈਕਟ, ਜਿਹੜੀ ਨਹੀਂ ਸਹੀ ਆ। The statue of Gomateshwara at Shravanbelgola represents the last Tirthankara of Jains। ਇਹ ਤੁਹਾਨੂੰ ਕਾਮਨ ਅੰਡਰਸਟੈਂਡਿੰਗ ਥੋੜ੍ਹਾ ਵੀ ਤੁਸੀਂ ਪੜ੍ਹਿਆ ਜੈਨ ਬਾਰੇ ਤਾਂ ਤੁਸੀਂ ਪਾਓਗੇ ਕਿ ਲਾਸਟ ਜਿਹੜਾ ਸੀ ਨਾ ਆਪਣੇ ਤੀਰਥੰਕਰ ਜੈਨੀਆਂ ਦੇ, ਠੀਕ, ਉਹ ਸੀਗੇ ਜੀ ਮਹਾਵੀਰ ਜੈਨ। 24th ਤੀਰਥੰਕਰ ਸੀ, ਇਸ ਕਰਕੇ ਲਾਸਟ ਜਿਹੜੇ ਆ ਨਾ ਉਹ ਗੋਮਟੇਸ਼ਵਰ ਨਹੀਂ ਹੋਏ, ਲਾਸਟ ਗੋਮਟੇਸ਼ਵਰ ਨਹੀਂ ਹੋਏ। ਇਹਦਾ ਮਤਲਬ ਆਹੀ ਆਨਸਰ ਆ। ਗੋਮਟੇਸ਼ਵਰ ਇੱਕ ਇਹਨਾਂ ਦੇ ਨਾ ਜਿਹੜੇ ਦੂਜੇ ਤੀਜੇ ਕੋਈ ਪਹਿਲੇ ਜਿਹੜੇ ਤੀਰਥੰਕਰਾਂ ਵਿੱਚੋਂ ਕਿਸੇ ਦੇ ਪੁੱਤਰ ਸੀ। ਆਪਾਂ ਇੰਨਾ ਡੀਪ ਨਹੀਂ ਜਾਣਾ, ਸਿੰਪਲੀ ਕਹਿ ਦਈਏ ਕਿ ਲਾਸਟ ਤੀਰਥੰਕਰ ਸੀ ਮਹਾਵੀਰ ਜੈਨ, ਤੇ ਇਸ ਕਰਕੇ ਗੋਮਟੇਸ਼ਵਰ ਨਹੀਂ ਹੋ ਸਕਦੇ। ਇਹ ਪਹਿਲਾ ਹੀ ਆਨਸਰ ਗਲਤ ਹੈ ਜੀ। ਅੱਗੇ ਪੜ੍ਹ ਲੈਂਦੇ ਹਾਂ ਨੌਲੇਜ ਲਈ। ਇੰਡੀਆਜ਼ ਲਾਰਜੈਸਟ ਬੁੱਧਿਸਟ ਮੋਨੈਸਟਰੀ ਇਜ਼ ਇਨ ਅਰੁਣਾਚਲ ਪ੍ਰਦੇਸ਼। ਇਹ ਇੰਪੋਰਟੈਂਟ ਹੈ ਜੀ। ਭਾਰਤ ਵਿੱਚ ਸਭ ਤੋਂ ਵੱਡਾ ਜਿਹੜਾ ਬੋਧੀਆਂ ਦਾ ਮੱਠ ਆ ਉਹ ਅਰੁਣਾਚਲ ਪ੍ਰਦੇਸ਼ ਵਿੱਚ ਆ। ਠੀਕ ਹੈ ਜੀ। ਖਜੁਰਾਹੋ ਟੈਂਪਲਸ ਵਰ ਬਿਲਟ ਅੰਡਰ ਚੰਡੇਲਾ ਕਿੰਗਸ। ਇਹ ਪ੍ਰਸ਼ਨ ਪਹਿਲਾਂ ਵੀ ਆਇਆ। ਖਜੁਰਾਹੋ ਟੈਂਪਲ ਕਿਹਨਾਂ ਨੇ ਬਣਾਏ? ਚੰਡੇਲ ਰਾਜਿਆਂ ਨੇ, ਚੰਡੇਲ ਰਾਜਾ ਨੇ। ਇਹ ਵੀ ਸਹੀ ਆ, ਯਾਦ ਰੱਖਣਾ ਤੁਸੀਂ। ਹੋਇਸਾਲੇਸ਼ਵਰ ਟੈਂਪਲ ਇਜ਼ ਡੈਡੀਕੇਟਡ ਟੂ ਸ਼ਿਵਾ। ਠੀਕ ਹੈ ਜੀ। ਤੁਸੀਂ ਆਹ ਦੇਖ ਲੈਣਾ ਜੀ। ਗੋਮਟੇਸ਼ਵਰ, ਗੋਮਟੇਸ਼ਵਰ ਬਾਰੇ ਪੜ੍ਹ ਲੈਂਦੇ ਹਾਂ, ਜਿਹਨੂੰ ਬਾਹੂਬਲੀ ਵੀ ਕਹਿੰਦੇ ਸੀ। ਇਹ ਜਿਹੜੀ ਇੱਕ ਮੂਰਤੀ ਆ ਜੀ ਸਾਊਥ ਵਿੱਚ ਸ਼ਰਵਨ ਬੇਲਗੋਲਾ ਵਿੱਚ, ਨਿਊਡ ਮੂਰਤੀ ਆ, ਨੰਗਤ ਮੂਰਤੀ ਆ। ਬਾਹੂਬਲੀ ਜੈਨੀਆਂ ਵਿੱਚ ਇੱਕ ਬਹੁਤ ਹੀ ਸਤਿਕਾਰਯੋਗ ਹਸਤੀ ਸੀ। ਬਾਹੂਬਲੀ ਰਿਸ਼ਭਦੇਵ ਜੈਨ ਧਰਮ ਦੇ ਪਹਿਲੇ ਤੀਰਥੰਕਰ, ਹਾਂ ਪਹਿਲੇ ਤੀਰਥੰਕਰ ਸੀ ਨਾ ਜਿਹੜੇ ਰਿਸ਼ਭਦੇਵ, ਉਹਨਾਂ ਦਾ ਪੁੱਤਰ ਸੀ ਇਹ ਬਾਹੂਬਲੀ, ਅਤੇ ਭਰਤ ਚੱਕਰਵਰਤੀ ਦਾ ਭਰਾ ਸੀ। ਪਹਿਲੇ ਜੈਨ ਤੀਰਥੰਕਰ ਕੌਣ ਹੋਏ? ਇਹਦਾ ਮਤਲਬ ਮਹਾਵੀਰ ਜੈਨ ਨਹੀਂ, ਰਿਸ਼ਭਦੇਵ ਸੀ ਪਹਿਲੇ ਜੈਨ ਤੀਰਥੰਕਰ ਰਿਸ਼ਭਦੇਵ ਸੀ। ਭਾਰਤ ਦਾ ਸਭ ਤੋਂ ਵੱਡਾ ਬੋਧੀ ਮੱਠ ਅਰੁਣਾਚਲ ਪ੍ਰਦੇਸ਼ ਵਿੱਚ ਸਥਿਤ ਤਵਾਂਗ ਮੱਠ ਹੈ। ਇੰਪੋਰਟੈਂਟ ਹੋ ਗਿਆ, ਇਹ ਵੀ ਤੁਸੀਂ ਯਾਦ ਕਰ ਲੈਣਾ, ਲਿਖ ਲੈਣਾ ਡਾਇਰੀ ਤੇ। ਇਹ ਤਿੱਬਤ ਦੇ ਲਹਾਸਾ ਵਿੱਚ ਪੋਟਾਲਾ ਪੈਲੇਸ ਤੋਂ ਬਾਅਦ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮੱਠ ਹੈ। ਇਹਦਾ ਮਤਲਬ ਪਹਿਲਾ ਸਭ ਤੋਂ ਵੱਡਾ ਮੱਠ ਕਿਹੜਾ ਹੋਇਆ? ਮੋਨੈਸਟਰੀ ਕਿਹੜੀ ਹੋਈ? ਤਿੱਬਤ ਦੇ ਲਹਾਸਾ ਵਿੱਚ ਪੋਟਾਲਾ ਪੈਲੇਸ ਸਭ ਤੋਂ ਵੱਡਾ ਮੱਠ ਹੋਇਆ। ਤਾਂ ਦੂਸਰਾ ਕਿਹੜਾ ਹੋਇਆ? ਅਰੁਣਾਚਲ ਪ੍ਰਦੇਸ਼ ਵਿੱਚ ਤਵਾਂਗ ਮੱਠ। ਠੀਕ। ਅਗਲਾ ਪ੍ਰਸ਼ਨ,
इन एंशियंट इंडियन बुद्धिस्ट मोनेस्ट्रीज, जे प्राचीन भारती ਬੋਧੀਆਂ ਦੇ ਮੱਠਾਂ ਦੀ ਗੱਲ ਕਰੀਏ, ਇਹ ceremony called pavarna used to be held. It was the ਬੋਧੀ ਮੱਠਾਂ ਵਿੱਚ ਨਾ ਇੱਕ ਸੈਰੇਮਨੀ, ਇੱਕ ਰਸਮ ਹੁੰਦੀ ਸੀ ਪਾਵਰਨਾ। ਇਹਦਾ ਕੀ ਮਤਲਬ ਹੋਇਆ ਪਾਵਰਨਾ? ਤੁਸੀਂ ਆਨਸਰ ਪੜ੍ਹ ਲਿਓ। ਬੇਸਿਕਲੀ ਇਹਦਾ ਆਨਸਰ ਹੈ ਜੀ ਆਹ B, ਕਨਵੈਸ਼ਨ ਬਾਏ ਮੌਂਕਸ ਆਫ देयर offences committed during their stay in the monasteries during the rainy season। ਦੇਖੋ ਜੀ, ਸਾਧੂ ਸੰਤ ਇੱਧਰ ਉੱਧਰ ਜਾਂਦੇ ਸੀ, ਪ੍ਰਚਾਰ ਕਰਦੇ ਸੀ, ਤੇ ਉਹ ਬਰਖਾ ਦੀ ਰੁੱਤ ਵੇਲੇ ਕਿਤੇ ਮੱਠ ਵਿੱਚ ਵੀ ਠਹਿਰਦੇ ਸੀ। ਸਿੰਪਲੀ ਅਸੀਂ ਗੱਲ ਕਹੀਏ ਕਿ ਲੌਂਗ ਟਰਮ ਸਟੇ ਜਦੋਂ ਉਹਨਾਂ ਦਾ ਹੁੰਦਾ ਸੀ, ਜਾਂ ਮੱਠਾਂ ਵਿੱਚ ਰਹਿੰਦੇ ਹੋਏ ਜੋ ਉਹਨਾਂ ਨੇ ਕੁਛ ਗਲਤੀਆਂ ਕੀਤੀਆਂ, ਕੁਛ ਗੁਨਾਹ ਕੀਤੇ, ਉਹ ਆਪਣੇ ਆਪ ਇਸ ਰਸਮ ਦੇ ਤਹਿਤ, ਇਸ ਸੈਰੇਮਨੀ ਦੇ ਤਹਿਤ, ਪਵਰਨਾ ਸੈਰੇਮਨੀ ਦੇ ਤਹਿਤ ਆਪ ਹੀ ਆਪਣੀਆਂ ਗਲਤੀਆਂ ਮੰਨ ਲੈਂਦੇ ਸੀ ਕਿ ਸਾਡੇ ਕੋਲੋਂ ਆਹ ਸਜ਼ਾ ਹੋਈ ਆ, ਤੇ ਉਹਦਾ ਪਛਤਾਤਾਪ ਕਰਨ ਲਈ ਵੀ ਤਿਆਰ ਰਹਿੰਦੇ ਸੀ। ਕਨਫੈਸ਼ਨ ਬਾਏ ਮੌਂਕਸ ਆਫ देयर offences, ਵੀ ਮੱਠ ਵਿੱਚ ਰਹਿੰਦੇ ਹੋਏ ਸਾਡੇ ਕੋਲੋਂ ਕਿਹੜੀਆਂ ਗਲਤੀਆਂ ਹੋਈਆਂ, ਅਸੀਂ ਉਸ ਗੱਲ ਨੂੰ ਆਪ ਹੀ ਸਵੀਕਾਰ ਕਰਦੇ ਹਾਂ। ਕਨਫੈਸ਼ਨ, ਉਹਨੂੰ ਕਹਿੰਦੇ ਸੀ ਜੀ ਪਾਵਰਨ ਸੈਰੇਮਨੀ। ਇਹ ਲਿਖ ਲੈਣੀ ਤੁਸੀਂ। ਦ ਏਸ਼ੀਅੰਟ ਇੰਡੀਅਨ ਪਲੇ ਮੁਦਰਾ ਰਾਕਸ਼ਸ ਆਫ ਵਿਸ਼ਾਖਦੱਤ, ਇੰਪੋਰਟੈਂਟ ਸੀ ਜੀ। ਵਿਸ਼ਾਖਦੱਤ ਨੇ ਕੀ ਲਿਖਿਆ ਸੀ? ਮੁਦਰਾ ਰਾਕਸ਼ਸ। ਇਹ ਪ੍ਰਸ਼ਨ ਬਾਰ-ਬਾਰ ਆਇਆ। ਵਿਸ਼ਾਖਦੱਤ ਦਾ ਦੂਸਰਾ ਨਾਟਕ ਕਿਹੜਾ ਸੀ ਜੀ? ਦੇਵੀ ਚੰਦਰਗੁਪਤ। ਠੀਕ ਹੈ ਜੀ। ਹੁਣ ਮੁਦਰਾ ਰਾਕਸ਼ਸ ਆ ਜਿਹੜਾ, ਉਹ ਕਿਸ ਸਬਜੈਕਟ ਨਾਲ ਡੀਲ ਕਰਦਾ, ਉਹਦਾ ਮੁੱਦਾ ਕੀ ਆ, ਉਹਦਾ ਵਿਸ਼ਾ ਕੀ ਆ? ਠੀਕ, ਇਹ ਅਸੀਂ ਪੜ੍ਹਿਆ ਆ, ਜ਼ਿਆਦਾ ਕਨਫਿਊਜ਼ ਨਹੀਂ ਹੋਣਾ। ਆਨਸਰ ਹੈ ਜੀ ਚੰਦਰਗੁਪਤ ਮੌਰਿਆ ਗੱਦੀ ਤੇ ਕਿਸ ਤਰ੍ਹਾਂ ਬੈਠਾ, ਕੋਰਟ ਵਿੱਚ ਕਿਸ ਤਰ੍ਹਾਂ ਦੇ ਜੋੜ ਤੋੜ ਹੋਏ, ਕਿਸ ਤਰ੍ਹਾਂ ਦੀਆਂ, ਕੋਰਟ ਮਤਲਬ ਰਾਜ ਦਰਬਾਰ ਵਿੱਚ ਕਿਸ ਤਰ੍ਹਾਂ ਦੀਆਂ ਨੀਤੀਆਂ ਵਗੈਰਾ, ਕੂਟਨੀਤੀਆਂ ਦਾ ਪ੍ਰਯੋਗ ਕਰਕੇ ਚੰਦਰਗੁਪਤ ਮੌਰਿਆ ਗੱਦੀ ਤੇ ਬੈਠਾ। ਦ ਕੋਰਟ ਇੰਟਰੋਗਸ ਐਟ ਦ ਟਾਈਮ ਆਫ ਚੰਦਰਗੁਪਤ ਮੌਰਿਆ। ਦੇਖੋ ਇਹ ਵੀ ਇੰਟਰਸਟਿੰਗ ਆ। ਮੁਦਰਾ ਰਾਕਸ਼ਸ ਲਿਖਿਆ ਗਿਆ ਗੁਪਤ ਕਾਲ ਦੇ ਵਿੱਚ, ਪਰ ਇਹ ਡੀਲ ਕਰਦਾ ਸੀਗਾ ਚੰਦਰਗੁਪਤ ਮੌਰਿਆ ਕਿਸ ਤਰ੍ਹਾਂ ਗੱਦੀ ਤੇ ਬੈਠਾ, ਤੇ ਉਹ ਕਿਹੜੀ ਨੀਤੀਆਂ ਅਪਣਾਈਆਂ ਗਈਆਂ ਸੀਗੀਆਂ, ਕਿਹੜੀਆਂ ਚਾਲਾਂ ਅਪਣਾਈਆਂ ਗਈਆਂ ਸੀਗੀਆਂ, ਉਹ ਸਾਰਿਆਂ ਨਾਲ ਡੀਲ ਕਰਦਾ ਜੀ ਮੁਦਰਾ ਰਾਕਸ਼ਸ। ਨਾਟਕ ਦਾ ਨਾਂ ਆ, ਲਿਖਿਆ ਕਿਹਨ ਸੀ? ਵਿਸ਼ਾਖਦੱਤ ਨੇ। ਠੀਕ। ਐਂਪਰਰ ਹਰਸ਼ਲਸ ਸਾਊਥਵਰਡ ਮਾਰਚ ਵਾਜ਼ ਸਟਾਪਡ ਔਨ ਦਾ ਨਰਮਦਾ ਰਿਵਰ। ਇਹ ਪ੍ਰਸ਼ਨ ਇੰਪੋਰਟੈਂਟ ਆ। ਜਦੋਂ ਹਰਸ਼ਵਰਧਨ ਸੀਗਾ, ਉਹਨੇ ਆਪਣਾ ਰਾਜ ਵਧਾਇਆ, ਸਾਊਥ ਵੱਲ ਗਿਆ, ਕਹਿੰਦਾ ਸਾਊਥ ਵੱਲ ਵੀ ਰਾਜ ਵਧਾਈਏ, ਪਰ ਚਾਲੁਕਿਆ ਰਾਜਾ ਸੀ ਇੱਕ, ਉਸਨੇ ਇਹਨੂੰ ਹਰਾਤਾ ਸੀ, ਨਰਮਦਾ ਨਦੀ ਦੇ ਕੰਢੇ ਤੇ ਇਸਨੂੰ ਹਰਸ਼ਵਰਧਨ ਨੂੰ ਹਰਾਤਾ ਸੀ। ਤੇ ਉਹ ਕਿਹੜਾ ਰਾਜਾ ਸੀ ਜੀ? ਉਹ ਸੀ ਚਾਲੁਕਿਆ ਕਿੰਗ ਪੁਲਾਕੇਸਿਨ II ਸੀ ਉਹ। ਕੰਸੀਡਰ ਦਾ ਫੋਲੋਇੰਗ ਸਟੇਟਮੈਂਟਸ। ਦੇਖੋ ਜੀ, ਆਹ ਸਟੇਟਮੈਂਟਾਂ ਦਿੱਤੀਆਂ ਆ। ਵਿਚ ਆਫ ਦੀਸ ਸਟੇਟਮੈਂਟਸ ਆਰ ਕਰੈਕਟ, ਇਹਨਾਂ ਚੋਂ ਕਿਹੜੀਆਂ ਸਹੀ ਆ? ਠੀਕ ਹੈ ਜੀ, ਪੜ੍ਹ ਲੈਂਦੇ ਆ। The Cholas defeated Pandya and Chera rulers and established their domination over peninsular India in the early medieval times। medieval times ਕੀ ਹੁੰਦਾ ਜੀ? ਮੱਧਕਾਲੀਨ ਭਾਰਤ 11ਵੀਂ 12ਵੀਂ ਸ਼ਤਾਬਦੀ 'ਚ ਸ਼ੁਰੂ ਹੋਇਆ ਸੀ। ਤਾਂ ਇਸ ਤੋਂ ਜਸਟ ਪਹਿਲਾਂ ਚੋਲਾ ਨੇ ਕੀ ਕੀਤਾ? ਸਾਊਥ ਵਿੱਚ ਪਾਂਡਿਆ ਤੇ ਚੇਰਾ ਨੂੰ ਹਰਾ ਕੇ ਆਪਣਾ ਰਾਜ ਸਥਾਪਿਤ ਕਰ ਲਿਆ। ਇਹ ਗੱਲ ਸਹੀ ਆ। 10ਵੀਂ ਸ਼ਤਾਬਦੀ ਦੇ ਕਰੀਬ ਰਾਜਾ ਬੰਦ ਨੇ, ਮੇਨ ਰਾਜਾ ਸੀ, ਉਹਨਾਂ ਨੇ ਕੀ ਕੀਤਾ? ਵੱਡੀਆਂ ਤਾਕਤਾਂ ਪਾਂਡਿਆ ਤੇ ਚੇਰਾ ਨੂੰ ਹਰਾਤਾ। ਠੀਕ। The Cholas sent an expedition against ਸ਼ੈਲੇਂਦਰ ਅੰਪਾਇਰ ਆਫ ਸਾਊਥ ਈਸਟ ਏਸ਼ੀਆ। ਦੱਖਣ ਪੂਰਬ ਏਸ਼ੀਆ ਦਾ ਸ਼ੈਲੇਂਦਰ ਅੰਪਾਇਰ ਸੀ, ਜਿਹੜਾ ਸਾਮਰਾਜ ਸੀ, ਉਹਦੇ ਖਿਲਾਫ ਵੀ ਇਹਨਾਂ ਨੇ ਸੈਨਾ ਭੇਜੀ ਅਤੇ conquered some of the areas, ਉਹਨਾਂ ਦਾ ਕੁਛ ਏਰੀਆ ਜਿੱਤ ਵੀ ਲਿਆ। ਇਹ ਵੀ ਗੱਲ ਸਹੀ ਆ। ਇਹਨਾਂ ਨੇ ਕਿਸ਼ਤੀਆਂ ਰਾਹੀਂ ਤੁਹਾਡੇ ਇੰਡੋਨੇਸ਼ੀਆ, ਮਲੇਸ਼ੀਆ ਸਾਈਡ ਵੀ ਸੈਨਾ ਭੇਜੀਆਂ ਸੀਗੀਆਂ ਸਾਊਥ ਈਸਟ ਏਸ਼ੀਆ ਵੱਲ, ਸ਼ੈਲੇਂਦਰ ਅੰਪਾਇਰ ਦੇ ਖਿਲਾਫ। ਏਸ਼ੀਅਨ ਹਿਸਟਰੀ ਵਿੱਚ ਅਸੀਂ ਪੜ੍ਹਿਆ। ਇਸ ਕਰਕੇ ਇਹ ਦੋਨੋਂ ਗੱਲਾਂ ਸਹੀ ਆ। ਅੱਗੇ ਆ ਜੀ ਮਿਰਚ ਕਟਿਕਾ। ਦੇਖੋ ਮਿਰਚ ਕਟਿਕਾ ਫੇਰ ਆ ਗਿਆ। ਮਿਰਚ ਕਟਿਕਾ ਕਿਹਨੇ ਲਿਖਿਆ ਸੀ? ਸ਼ੂਦਰਕ ਨੇ। ਠੀਕ ਹੈ ਜੀ। ਹੁਣ ਇਹ ਕੀ ਆ? ਐਨ ਏਸ਼ੀਅੰਟ ਇੰਡੀਅਨ ਬੁੱਕ ਰਿਟਨ ਬਾਏ ਸ਼ੂਦਰਕ ਡੀਲਸ ਵਿਦ। ਹੁਣ ਇਹ ਪ੍ਰਸ਼ਨ ਆ ਗਿਆ ਕਿ ਇਸ ਦਾ ਕੀ ਮੁੱਦਾ ਆ, ਇਹ ਕਿਸ ਮੁੱਦੇ ਤੇ, ਇਹਦਾ ਕੀ ਵਿਸ਼ਾ ਆ? ਠੀਕ, ਇਹ ਹੈ ਜੀ ਇਹ ਆਨਸਰ। ਇਹ ਤੁਸੀਂ ਸਮਝ ਲੈਣਾ। ਇਹ ਨਾ ਇੱਕ ਜਿਹੜਾ ਆਪਣਾ ਬ੍ਰਾਹਮਣ ਦਾ ਲਵ ਸਟੋਰੀ ਆ ਇੱਕ ਅਮੀਰ ਲੜਕੀ ਦੇ ਨਾਲ।
ਬ੍ਰਾਹਮਣ ਇੰਨਾ ਅਮੀਰ ਨਹੀਂ ਹੁੰਦਾ, ਪਰ ਉਹਦੀ ਲਵ ਸਟੋਰੀ ਆ ਕਿਹਦੇ ਨਾਲ, ਕੋਰਟੇਸ਼ਨ ਜਿਹੜੀ ਆ ਹੁੰਦੀ ਆ, ਨਗਰ ਵਧੂ ਜਿਹੜੀ ਹੁੰਦੀ ਆ, ਇੱਕ ਅਮੀਰ ਲੜਕੀ ਨਾਲ ਉਹਦੇ ਪ੍ਰੇਮ ਦੀ ਕਥਾ ਆ। ਦ ਲਵ ਅਫੇਅਰ ਆਫ ਏ ਰਿਚ ਮਰਚੈਂਟ ਵਿਦ ਦ ਡਾਟਰ ਆਫ ਏ ਕੋਰਟੇਸ਼ਨ। ਕੋਰਟੇਸ਼ਨ ਨਗਰ ਵਧੂ ਨਾਲ ਪਿਆਰ ਦੀ ਗੱਲ ਹੋ ਰਹੀ ਹੈ ਜੀ। ਇੱਥੇ ਰਿਚ ਮਰਚੈਂਟ ਲਿਖਿਆ। ਬੇਸਿਕਲੀ ਇਹ ਨਾ ਆ ਪੜ੍ਹੋ, ਮ੍ਰਿਛਕਟਿਕਾ ਇਹਦਾ ਮੁੱਖ ਪਲਾਟ ਚਾਰੂਦੱਤ ਦੇ ਦੁਆਲੇ ਘੁੰਮਦਾ ਹੈ। ਮੇਨ ਬੰਦਾ ਸੀ ਚਾਰੂਦੱਤ, ਬ੍ਰਾਹਮਣ ਸੀ, ਇੱਕ ਨੇਕ ਪਰ ਬੇਸਹਾਰਾ ਨੌਜਵਾਨ ਬ੍ਰਾਹਮਣ ਜੋ ਬਸੰਤ ਸੈਨਾ ਇੱਕ ਅਮੀਰ ਦਰਬਾਰੀ ਜਾਂ ਨਗਰ ਵਧੂ ਨਾਲ ਪਿਆਰ ਵਿੱਚ ਪੈ ਜਾਂਦਾ ਹੈ। ਚਾਰੂਦੱਤ ਦਾ ਲਵ ਸਟੋਰੀ ਆ ਬਸੰਤ ਸੈਨਾ ਨਾਲ। ਸਿੰਪਲੀ ਇਹ ਕੀ ਆ, ਲਵ ਅਫੇਅਰ ਆ, ਲਵ ਅਫੇਅਰ ਦੇ ਉੱਤੇ ਸੀ। ਠੀਕ, ਯਾਦ ਰੱਖਣਾ ਤੁਸੀਂ। ਆਪਾਂ ਡੀਪ ਨਹੀਂ ਜਾਣਾ ਸਾਰੇ ਵੀ ਹਾਂ ਵੀ ਕੀ ਸੀ ਨਾਵਲ ਜਾਂ ਮ੍ਰਿਛਕਟਿਕਾ ਤੁਸੀਂ ਪੜ੍ਹਨੇ ਪੈ ਜਾਓ ਪੂਰੀ, ਇਸ ਤਰ੍ਹਾਂ ਨਹੀਂ ਕਰਨਾ। ਮੇਨ ਗੱਲਾਂ ਚੱਕਣੀਆਂ। ਅੱਗੇ ਦੇਖਦੇ, ਕੰਸੀਡਰ ਦਾ ਫੋਲੋਇੰਗ ਸਟੇਟਮੈਂਟਸ। ਆਹ ਸਟੇਟਮੈਂਟ ਪੜ੍ਹਦੇ ਹਾਂ ਜੀ। ਵਿਚ ਆਫ ਵਨ ਆਫ ਥੀਸ ਇਜ਼ ਔਰ ਆਰ ਕਰੈਕਟ। ਇਹਨਾਂ ਵਿੱਚੋਂ ਕਿਹੜੀਆਂ ਸਹੀ ਆ, ਕਰੈਕਟ ਲੱਭਣੀਆਂ ਆਪਣੀਆਂ। ਵਰਧਮਾਨ ਮਹਾਵੀਰਸ ਮਦਰ ਵਾਜ ਦਾ ਡਾਟਰ ਆਫ ਲਿਛਵੀ ਚੀਫ ਚੇਟਕਾ। ਪਤਾ ਨਹੀਂ, ਕਿਉਂਕਿ ਨਾ ਇੱਥੇ ਤੋਂ ਕਿੰਨੀ ਗੱਲ ਆ ਗਈ ਆ, ਮਹਾਵੀਰ ਜੈਨ ਦੀ ਗੱਲ ਹੋ ਰਹੀ ਆ। ਉਹਨਾਂ ਦੀ ਮਾਂ ਲਿਛਵੀ ਰਾਣੀ ਚੇਟਕਾ ਦੀ ਪੁੱਤਰੀ ਸੀ। ਇੱਥੇ ਗੜਬੜ ਹੋ ਗਈ। ਚੇਟਕਾ ਦੀ ਭੈਣ ਵੀ ਹੋ ਸਕਦੀ ਆ, ਚੇਟਕਾ ਦੀ ਮਾਂ ਵੀ ਹੋ ਸਕਦੀ ਆ, ਆਪਾਂ ਥੋੜ੍ਹਾ ਕਨਫਿਊਜ਼ ਹੋ ਸਕਦੇ ਹਾਂ। ਇੱਥੇ ਬੇਸਿਕਲੀ ਇਹੀ ਗੱਲ ਆਈ, ਸਾਨੂੰ ਐਗਜ਼ੈਕਟ ਨਹੀਂ ਪਤਾ। ਉਹ ਮਾਂ ਨਹੀਂ ਸੀ ਜੀ, ਆਈ ਥਿੰਕ ਭੈਣ ਸੀ। ਐਨੀ ਹੋ ਪੜ੍ਹਾਂਗੇ, ਮਤਲਬ ਸਾਨੂੰ ਨਹੀਂ ਐਗਜ਼ੈਕਟ ਨੌਲੇਜ ਪਤਾ, ਇਸ ਕਰਕੇ ਇਹਨੂੰ ਕੁਐਸਚਨ ਮਾਰਕ ਲਾ ਲਓ। ਗੌਤਮ ਬੁੱਧਸ ਮਦਰ ਵਾਜ ਏ ਪ੍ਰਿੰਸੈਸ ਫਰੋਮ ਦ ਕੋਸ਼ਾਲਨ ਡਾਇਨੈਸਟੀ। ਕਹਿੰਦੇ ਇਹ ਗੱਲ ਸਹੀ ਆ। ਪਾਰਸ਼ਵਨਾਥ ਦਾ 23rd ਤੀਰਥੰਕਰ, ਇਹ ਵੀ ਤੁਸੀਂ ਯਾਦ ਰੱਖ ਲਿਓ। ਮਹਾਵੀਰ ਜੈਨ ਤੋਂ ਪਹਿਲਾਂ ਵਾਲਾ ਤੀਰਥੰਕਰ ਕੌਣ ਸੀ, ਪਾਰਸ਼ਵਨਾਥ। ਠੀਕ ਹੈ ਜੀ, ਪਾਰਸ਼ਵਨਾਥ। ਉਹ ਬਿਲੋਂਗ ਟੂ ਬਨਾਰਸ, ਬਨਾਰਸ ਨਾਲ ਸੰਬੰਧ ਰੱਖਦਾ ਸੀ। ਹੁਣ ਇਹ ਟੈਕਨੀਕਲ ਪ੍ਰਸ਼ਨ ਹੋ ਗਿਆ ਜੀ। ਆਂਸਰ ਵੀ ਕੀ ਆ, ਓਨਲੀ 1, ਓਨਲੀ 2, 2 and 3, 1 2 3, ਮਤਲਬ ਕੰਬੀਨੇਸ਼ਨ ਵਿੱਚ ਆਂਸਰ ਆ। ਆਪਾਂ ਗਲਤੀ ਕਰ ਸਕਦੇ ਹਾਂ, ਇਸ ਲਈ ਤੁਸੀਂ ਇਹਨੂੰ ਕਰ ਦੇਣਾ ਸਕਿਪ। ਫਿਰ ਵੀ ਅਸੀਂ ਨੌਲੇਜ ਲਈ ਥੋੜ੍ਹਾ ਪੜ੍ਹ ਲਈਏ। ਆਂਸਰ ਆ ਜੀ ਸੀ, ਭਾਵ ਦੂਜਾ ਤੀਜਾ ਸਹੀ ਆ, ਪਹਿਲਾ ਗਲਤ ਆ। ਮੈਂ ਦੱਸਿਆ ਨਾ ਮਦਰ ਵਾਲਾ ਐਂਗਲ ਗਲਤ ਹੋ ਸਕਦਾ। ਵਰਧਮਾਨ ਮਹਾਵੀਰਸ ਮਦਰ ਤ੍ਰਿਸ਼ਲਾ ਵਾਜ ਦਾ ਸਿਸਟਰ ਨਾਟ ਡਾਟਰ। ਪੁੱਤਰੀ ਨਹੀਂ ਸੀ, ਭੈਣ ਸੀ, ਆਫ ਲਛਵੀ ਚੀਫ ਚੇਟਕ ਦੀ। ਬਾਕੀ ਦੋਨੋਂ ਸਟੇਟਮੈਂਟਾਂ ਸਹੀ ਸੀ। ਕੰਸੀਡਰ ਦਾ ਫੋਲੋਇੰਗ ਸਟੇਟਮੈਂਟਸ। ਇਹ ਸਟੇਟਮੈਂਟਸ ਨੂੰ ਦੇਖਦੇ ਹਾਂ ਜੀ। ਵਿਚ ਆਫ ਦੀਸ ਸਟੇਟਮੈਂਟਸ ਇਜ਼ ਆਰ ਕਰੈਕਟ। ਇਹਨਾਂ ਚੋਂ ਕਿਹੜੀਆਂ ਸਹੀ ਆ ਉਹ ਲੱਭਣੀਆਂ ਸੀ। ਕਰੈਕਟ ਪੁੱਛ ਲੈਂਦੇ, ਕਈ ਵਾਰ ਇਨਕਰੈਕਟ ਵੀ ਪੁੱਛ ਲੈਂਦੇ ਆ। ਦ ਲਾਸਟ ਮੌਰੀਅਨ ਰੂਲਰ ਬ੍ਰਿਹਾਦਰਥ। ਮੌਰੀਅਨ ਰਾਜਵੰਸ਼ ਦਾ ਆਖਰੀ ਬਾਦਸ਼ਾਹ ਬ੍ਰਿਹਾਦਰਥ ਵਾਜ ਅਸੈਸੀਨੇਟਡ ਬਾਈ ਹਿਸ ਕਮਾਂਡਰ ਇਨ ਚੀਫ ਪੁਸ਼ਯਮਿਤਰ ਸੁੰਗ। ਉਸ ਨੂੰ ਇਹਦੇ ਹੀ ਸੈਨਾਪਤੀ ਨੇ, ਕਿਹੜਾ, ਪੁਸ਼ਯਮਿਤਰ ਸੁੰਗ ਨੇ, ਜੋ ਕਿ ਬ੍ਰਾਹਮਣ ਸੀ, ਉਸਨੇ ਇਹਨੂੰ ਮਾਰ ਦਿੱਤਾ ਸੀ ਤੇ ਸੁੰਗ ਡਾਇਨੈਸਟੀ ਦਾ ਰਾਜ ਆ ਗਿਆ ਸੀ, ਖੁਦ ਗੱਦੀ ਤੇ ਬੈਠਾ ਸੀ। ਇਹ ਗੱਲ ਸਹੀ ਆ, ਅਸੀਂ ਵਾਰ ਪੜ੍ਹੀ। ਅੱਛਾ, ਦ ਲਾਸਟ ਸੁੰਗ ਕਿੰਗ। ਹੁਣ ਸੁੰਗਾ ਦਾ ਜਿਹੜਾ ਆਖਰੀ ਰਾਜਾ ਸੀ ਦੇਵਭੂਤੀ, ਉਹਨੂੰ ਵੀ ਉਹਦੇ ਬ੍ਰਾਹਮਣ ਮਨਿਸਟਰ ਵਸੂਦੇਵ ਕਨਵ ਨੇ ਮਾਰ ਕੇ ਕਨਵ ਡਾਇਨੈਸਟੀ ਬਣਾ ਲਈ। ਦੇਵਭੂਤੀ ਵਾਜ ਅਸੈਸੀਨੇਟਡ ਬਾਈ ਹਿਸ ਬ੍ਰਾਹਮਣ ਮਨਿਸਟਰ ਵਸੂਦੇਵ ਕਨਵ ਹੂ ਯੂਸਰਪਡ ਦਾ ਥਰੋਨ। ਕਨਵ ਆਪਣੇ ਰਾਜੇ ਦੇਵਭੂਤੀ ਨੂੰ ਮਾਰ ਕੇ ਗੱਦੀ ਤੇ ਬੈਠਾ ਸੀ ਤਾਂ ਕਨਵ ਡਾਇਨੈਸਟੀ ਆ ਗਈ। ਇਹ ਗੱਲਾਂ ਅਸੀਂ ਪੜ੍ਹੀਆਂ ਸੀ ਵੀ ਮੌਰੀਅਨ ਰਾਜੇ ਨੂੰ ਹਰਾਇਆ ਸੁੰਗ ਨੇ, ਉਹਦੇ ਸੈਨਾਪਤੀ ਨੇ, ਤੇ ਉਹਨੂੰ ਫਿਰ ਬਾਅਦ ਵਿੱਚ ਸੁੰਗ ਡਾਇਨੈਸਟੀ ਦੇ ਰਾਜੇ ਨੂੰ, ਲਾਸਟ ਵਾਲੇ ਨੂੰ, ਉਹਦੇ ਹੀ ਸੈਨਾ ਮਨਿਸਟਰ ਨੇ ਮਾਰ ਕੇ, ਵਸੂਦੇਵ ਕਨਵਾ ਨੇ ਮਾਰ ਕੇ ਕਨਵਾ ਡਾਇਨੈਸਟੀ ਬਣਾ ਲਈ। ਇਹ ਇੰਟਰਸਟਿੰਗ ਪੁਆਇੰਟ ਸੀ, ਅਸੀਂ ਪੜ੍ਹਿਆ ਸੀ, ਇਹ ਵੀ ਸਹੀ ਹੈ ਜੀ। ਦ ਲਾਸਟ ਰੂਲਰ ਆਫ ਦ ਕਨਵਾ ਡਾਇਨੈਸਟੀ ਵਾਜ ਡੀਪੋਸਡ ਬਾਈ ਦ ਆਂਧਰਾਸ। ਉਹਨੂੰ ਆਂਧਰਾ ਕਿਹੜੇ, ਸਤਵਾਹਨ। ਕਨਵਾ ਨੂੰ ਕਿਹਨੇ ਹਰਾਤਾ ਸੀ, ਸਤਵਾਹਨਾ ਕੌਣ ਸੀ, ਆਂਧਰਾਸ ਵੀ ਕਹਿੰਦੇ ਸੀ ਉਹਨੂੰ। ਸਤਵਾਹਨ ਜਿਹੜੇ ਸੀ ਉਹਨਾਂ ਨੂੰ ਆਂਧਰਾ ਵੀ ਕਹਿੰਦੇ ਸੀ। ਤਾਂ ਇਹਨਾਂ ਨੇ ਕਨਵਾ ਡਾਇਨੈਸਟੀ ਨੂੰ ਕੀ ਕਰਤਾ, ਗੱਦੀਓਂ ਲਾ ਕੇ, ਕਨਵਾ ਡਾਇਨੈਸਟੀ ਦੇ ਰਾਜੇ ਨੂੰ ਗੱਦੀਓਂ ਲਾ ਕੇ ਆਪਣਾ ਰਾਜ ਸਥਾਪਿਤ ਕਰ ਲਿਆ ਸੀ। ਇਹ ਵੀ ਗੱਲ ਸਹੀ ਹੈ ਜੀ। ਤਾਂ ਆਂਸਰ ਹੈ ਜੀ ਡੀ, ਸਾਰੀਆਂ ਸਟੇਟਮੈਂਟਾਂ ਸਹੀ ਹੈ।
ਕੰਸੀਡਰ ਦਾ ਫੋਲੋਇੰਗ ਸਟੇਟਮੈਂਟਸ। ਦੇਖੋ ਜੀ ਸਟੇਟਮੈਂਟਾਂ ਦਿੱਤੀਆਂ, ਇਹਨਾਂ ਵਿੱਚੋਂ ਕਿਹੜੀਆਂ ਸਹੀ ਆ ਉਹ ਲੱਭਣੀਆਂ। ਦ ਚਾਈਨੀਜ਼ ਪਿਲਗ੍ਰਿਮਸ, ਚਾਈਨੀਜ਼ ਯਾਤਰੀ ਫਾਹੀਨ ਅਟੈਂਡਡ ਦਾ 4th ਗ੍ਰੇਟ ਬੁੱਧਿਸਟ ਕਾਉਂਸਲ ਹੈਲਡ ਬਾਈ ਕਨਿਸ਼ਕ। ਕਨਿਸ਼ਕ ਨੇ ਜਿਹੜੀ ਚੌਥੀ ਬੋਧੀਆਂ ਦੀ ਕੌਂਸਲ ਬੁਲਾਈ ਸੀ ਉਹਨੂੰ ਫਾਹੀਨ ਨੇ ਅਟੈਂਡ ਕੀਤਾ। ਅਸੀਂ ਪੜ੍ਹਿਆ ਕਿ EFGH, F ਤੋਂ ਪਹਿਲਾਂ ਆਉਂਦਾ ਸੀ, H ਬਾਅਦ ਚੋਂ ਆਉਂਦਾ ਸੀ। ਫਾਹੀਨ ਨੇ ਵਿਜ਼ਿਟ ਕੀਤਾ ਸੀ ਗੁਪਤ ਕਾਲ ਦੇ ਦੌਰਾਨ, ਮਤਲਬ 4ਵੀਂ-5ਵੀਂ ਸ਼ਤਾਬਦੀ ਵਿੱਚ, ਤੇ ਹਿਊਸਾਂਗ ਨੇ ਕੀਤਾ ਸੀ ਹਰਸ਼ਵਰਧਨ ਦੇ ਕਾਲ ਦੌਰਾਨ, ਮਤਲਬ 7ਵੀਂ ਸ਼ਤਾਬਦੀ। ਤਾਂ ਜਿਹੜੀ ਬੁੱਧਿਸਟ ਕੌਂਸਲ ਕਨਿਸ਼ਕ ਦੁਆਰਾ ਸੀ, ਇਹਦਾ ਮਤਲਬ ਕਨਿਸ਼ਕ ਕਦੋਂ ਹੋਇਆ? ਪਹਿਲੀ ਸ਼ਤਾਬਦੀ ਦੇ ਕਰੀਬ। ਆਹ ਤਾਂ ਗੱਲ ਗਲਤ ਹੋ ਗਈ। ਕਿਉਂਕਿ ਫਾਹੀਨ ਨੇ ਵਿਜ਼ਿਟ ਕੀਤਾ ਸੀ ਗੁਪਤ ਕਾਲ ਦੌਰਾਨ, ਚੰਦਰਗੁਪਤ II ਦੇ ਰਾਜ ਦੌਰਾਨ, ਕਨਿਸ਼ਕ ਦੇ ਕਾਲ ਦੌਰਾਨ ਨਹੀਂ। ਅੱਛਾ, ਇਹ ਗੱਲ ਗਲਤ ਹੋ ਗਈ। ਹੁਣ ਪਹਿਲਾਂ ਚੱਕ ਦੋ, ਪਹਿਲਾਂ ਇੱਥੇ ਵੀ ਆ ਹਨਾ, ਨਾਈਦਰ 1 nor 2, ਇਹਨਾਂ ਦੋਵਾਂ ਚ ਹੁਣ ਇੱਕ ਗੱਲ ਫਸ ਗਈ। ਅੱਛਾ, ਇਹਦਾ ਮਤਲਬ ਵੀ ਤੀਜਾ ਪੜ੍ਹ ਲਈਏ ਦੂਜਾ ਵੀ। ਦ ਚਾਈਨੀਜ਼ ਪਿਲਗ੍ਰਿਮਸ ਹਿਊਨ-ਸਾਂਗ ਮੈਟ ਹਰਸ਼, ਇਹ ਸਾਨੂੰ ਪਤਾ, ਅਸੀਂ ਪੜ੍ਹਿਆ H ਤੋਂ ਹਰਸ਼, H ਤੋਂ ਹਿਊਨ-ਸਾਂਗ ਹਰਸ਼ ਨੂੰ ਮਿਲਿਆ ਐਂਡ ਫਾਊਂਡ ਹਿਮ ਟੂ ਬੀ ਐਂਟਾਗੋਨਿਸਟਿਕ ਟੂ ਬੁੱਧਿਜ਼ਮ। ਤੇ ਹਿਊਨ-ਸਾਂਗ ਨੂੰ ਲੱਗਾ ਕਿ ਜਿਹੜਾ ਹਰਸ਼ਵਰਧਨ ਆ ਬੁੱਧ ਧਰਮ ਦੇ ਖਿਲਾਫ ਆ। ਨਹੀਂ, ਇਸ ਤਰ੍ਹਾਂ ਦੀ ਗੱਲ ਨਹੀਂ ਸੀ। ਹਰਸ਼ਾ ਬੁੱਧ ਧਰਮ ਦੇ ਖਿਲਾਫ ਨਹੀਂ ਸੀ, ਐਂਟਾਗੋਨਿਸਟਿਕ ਹੁੰਦਾ ਖਿਲਾਫ। ਠੀਕ ਹੈ ਜੀ, ਇਹਦਾ ਮਤਲਬ ਆਹ ਸਟੇਟਮੈਂਟ ਵੀ ਗਲਤ ਆ, ਤੇ ਦੋਨੋਂ ਸਟੇਟਮੈਂਟਾਂ ਗਲਤ ਹੋ ਗਈਆਂ। ਨਾ ਤਾਂ ਪਹਿਲੀ ਨਾ ਤਾਂ ਦੂਸਰੀ, ਦੋਵਾਂ 'ਚ ਕੋਈ ਵੀ ਸਹੀ ਨਹੀਂ ਆ। ਵਿਦ ਰੈਫਰੈਂਸ ਟੂ ਏਸ਼ੀਅੰਟ ਜੈਨਿਜ਼ਮ, ਪ੍ਰਾਚੀਨ ਕਾਲ ਦੇ ਜੇ ਜੈਨ ਧਰਮ ਦੀ ਗੱਲ ਕਰੀਏ, ਵਿਚ ਵਨ ਆਫ ਦਾ ਫੋਲੋਇੰਗ ਸਟੇਟਮੈਂਟਸ ਇਜ਼ ਕਰੈਕਟ। ਹੁਣ ਕਿਹੜੀ ਸਟੇਟਮੈਂਟ ਕਰੈਕਟ ਆ? ਜੈਨਿਜ਼ਮ ਵਾਜ਼ ਸਪਰੈਡ ਇਨ ਸਾਊਥ ਇੰਡੀਆ ਅੰਡਰ ਦਾ ਲੀਡਰਸ਼ਿਪ ਆਫ ਸਤਲਵਾਹੂ। ਅਸੀਂ ਪੜ੍ਹਿਆ ਕਿ ਜਦੋਂ ਨਾਰਥ ਇੰਡੀਆ ਵਿੱਚ ਅਕਾਲ ਆ ਗਿਆ ਤਾਂ ਜੈਨੀਆਂ ਦੀ ਇੱਕ ਬ੍ਰਾਂਚ ਸਾਊਥ ਵੱਲ ਚਲ ਗਈ। ਸਤੁਲਵਾਹੂ ਦੇ ਅੰਤਰਗਤ ਜਿਹੜੀ ਬ੍ਰਾਂਚ ਸੀ ਉਹ ਨਾਰਥ ਇੰਡੀਆ ਵਿੱਚ ਰਹੀ, ਤੇ ਭਦਰਵਾਹੂ ਦੇ ਅੰਤਰਗਤ ਜਿਹੜੀ ਬ੍ਰਾਂਚ ਸੀ ਉਹ ਸਾਊਥ ਇੰਡੀਆ ਚਲ ਗਈ। ਮੈਂ ਦੱਸਿਆ ਸੀ ਕਿ B ਤੋਂ ਭਦਰਵਾਹੂ ਤੇ B ਤੋਂ ਬੰਗਲੌਰ, ਠੀਕ ਹੈ, ਕਰਨਾਟਕ 'ਚ ਚਲ ਗਏ ਸੀ। ਇਹਦਾ ਮਤਲਬ ਸਤੁਲਵਾਹੂ ਨਹੀਂ ਗਿਆ ਸੀ ਨਾਰਥ ਵੱਲ, ਭਦਰਵਾਹੂ ਗਿਆ ਸੀ। ਆਹ ਸਟੇਟਮੈਂਟ ਹੋ ਗਈ ਗਲਤ। ਅਗਲੀ ਪੜ੍ਹਦੇ ਹਾਂ ਜੀ। ਦ ਜੈਨਸ ਹੂ ਰਿਮੇਨਡ ਅੰਡਰ ਦਾ ਲੀਡਰਸ਼ਿਪ ਆਫ ਭਦਰਵਾਹੂ, ਜਿਹੜੇ ਸਾਊਥ ਵੱਲ ਗਏ ਭਦਰਵਾਹੂ ਦੀ ਲੀਡਰਸ਼ਿਪ ਵਿੱਚ, ਵਰ ਕਾਲਡ ਸ਼ਵੇਤੰਬਰਸ ਆਫਟਰ ਦਾ ਕਾਉਂਸਲ ਹੈਲਡ ਐਟ ਪਟਲੀਪੁੱਤਰ। ਉਹਨਾਂ ਨੂੰ ਸ਼ਵੇਤੰਬਰ ਕਿਹਾ ਜਾਂਦਾ ਸੀ ਕਿਉਂਕਿ ਉਹ ਵਾਈਟ ਕਲਰ ਦੇ ਕੱਪੜੇ ਪਾਉਂਦੇ ਸੀ। ਪਰ ਤੁਹਾਨੂੰ ਪਤਾ ਕਿ ਜਿਹੜੇ ਸਾਊਥ ਵਿੱਚ ਗਏ ਆ ਉਹ ਸੀ ਦੀਗੰਬਰ, ਕਿਉਂਕਿ ਸਾਊਥ ਵਿੱਚ ਇਹਨਾਂ ਦੀ ਇੱਕ ਜੈਨੀਆਂ ਦੀ ਮੂਰਤੀ ਆ ਜੋ ਕਿ ਨਿਊਡ ਆ। ਤਾਂ ਉੱਥੋਂ ਅੰਦਾਜ਼ਾ ਜਿਹਾ ਅਸੀਂ ਲਾਇਆ ਸੀ ਕਿ ਸਾਊਥ ਵਿੱਚ ਕੀ ਜਿਹੜੇ ਗਏ ਸੀ ਉਹ ਕਿਹੜੇ ਸੀ, ਜਿਹੜੇ ਕਹਿੰਦੇ ਸੀ ਕਿ ਸਾਡਾ ਤਨ ਢੱਕਣ ਲਈ ਕੀ ਆ, ਅਸਮਾਨ ਆ, ਅਸਮਾਨ ਸਾਡਾ ਤਨ ਢੱਕਦਾ, ਇਸ ਲਈ ਅਸੀਂ ਇਹ ਕੱਪੜਾ ਨਹੀਂ ਸੀ ਪਾਉਂਦੇ। ਇਹ ਸ਼ਵੇਤਾਂਬਰ ਨਹੀਂ ਸੀ, ਇਹ ਦੀਗੰਬਰ ਸੀ। ਇਹ ਵੀ ਗੱਲ ਗਲਤ ਹੋ ਗਈ। ਜੈਨਿਜ਼ਮ enjoyed the patronage of the ਕਲਿੰਗਾ ਕਿੰਗ ਖਰਵੇਲਾ। ਕਲਿੰਗ ਦੇ ਜਿਹੜੇ ਰਾਜੇ ਸੀ ਖਰਵੇਲਾ, ਉਹਨਾਂ ਨੇ ਜੈਨ ਧਰਮ ਨੂੰ ਸਰਪ੍ਰਸਤੀ ਦਿੱਤੀ in the 1st century BC। ਇਹ ਗੱਲ ਸਹੀ ਆ, ਠੀਕ ਹੈ ਨਾ। In the initial stage of Jainism, ਸ਼ੁਰੂਆਤੀ ਜੈਨ ਧਰਮ ਵਿੱਚ, the Jainas worshipped images unlike the Buddhist। ਜਿਹੜੇ ਜੈਨ ਲੋਕ ਸੀ ਉਹ ਮੂਰਤੀ ਪੂਜਾ ਕਰਦੇ ਸੀ। ਨਹੀਂ, ਸ਼ੁਰੂਆਤ ਵਿੱਚ ਇਹ ਵੀ ਕੋਈ ਮੂਰਤੀ ਪੂਜਾ ਨਹੀਂ ਸੀ ਕਰਦੇ। ਆਹ ਮੇਨ ਪੁਆਇੰਟ ਸਹੀ ਆ, C ਵਾਲਾ। Which one of the following four Vedas contains an account of magical charms and spells? ਇਹਨਾਂ ਚੋਂ ਅਜਿਹਾ ਕਿਹੜਾ ਵੇਦ ਆ ਜਿਹਦੇ ਵਿੱਚ ਜਾਦੂ ਵਾਲੇ ਮੰਤਰ ਤੰਤਰ ਆ ਤਾਂ ਕਿ ਬੁਰਾਈ ਤਾਕਤਾਂ ਨੂੰ ਭਜਾਇਆ ਜਾ ਸਕੇ, ਬਿਮਾਰੀਆਂ ਦਾ ਇਲਾਜ ਕੀਤਾ ਜਾ ਸਕੇ। 4 ਵੇਦ ਸੀ, ਰਿਗਵੇਦ, ਸਾਮਵੇਦ, ਯਜੁਰਵੇਦ ਤੇ ਅਥਰਵਵੇਦ। ਸਾਮ ਸੀਗਾ ਸੰਗੀਤ ਨਾਲ ਸੰਬੰਧਿਤ, ਯਜੁਰ ਸੀਗਾ ਆਪਣੇ ਰਿਚੁਅਲਸ ਨਾਲ ਸੰਬੰਧਿਤ, ਵੀ ਜਦੋਂ ਤੁਸੀਂ ਜੱਗ ਕਰਨੇ ਆ ਤਾਂ ਉਸ ਨਾਲ ਕਿਹੜੇ ਕਰਮਕਾਂਡ ਕਰਨੇ ਆ, ਰਿਚੁਅਲਸ ਕਰਨੇ ਆ। ਤੇ ਅਥਰਵਵੇਦ ਵਿੱਚ ਹੈ ਜਾਦੂਈ ਤੰਤਰ ਮੰਤਰ। ਤਾਂ ਆਨਸਰ ਹੋ ਗਿਆ ਜੀ C। ਥੋੜਾ ਪੜ੍ਹ ਲੈਂਦੇ ਆ। ਅਥਰਵਵੇਦ ਜਾਦੂਈ ਸੂਤਰ ਦੀ ਪੁਸਤਕ ਹੈ। ਇਸ ਵਿੱਚ ਬੁਰਾਈ ਅਤੇ ਬਿਮਾਰੀ ਤੋਂ ਬਚਣ ਲਈ ਜਾਦੂ ਅਤੇ ਮੰਤਰ ਹਨ। ਠੀਕ ਹੈ ਜੀ, ਆਹ ਥੋੜਾ ਚਾਰਟ ਵੀ ਦੇਖ ਲਓ ਜੀ। ਰਿਗਵੇਦ ਵਿੱਚ, ਇਹ ਰਿਗਵੇਦ ਸਭ ਤੋਂ ਪਹਿਲਾਂ ਵਾਲਾ ਵੇਦ ਆ। ਇਹਦੇ ਵਿੱਚ ਆਪਣੇ ਕੁਦਰਤੀ ਸ਼ਕਤੀਆਂ ਦੀ, ਉਹਨਾਂ ਨੂੰ ਭਗਵਾਨ ਮੰਨ ਕੇ ਆਰਾਧਨਾ ਵਗੈਰਾ ਕੀਤੀ ਹੈ।
ਸਾਮਵੇਦ ਕੀ ਆ? ਮਿਊਜ਼ਿਕ ਨਾਲ ਸੰਬੰਧਿਤ ਆ। ਦ ਅਰਲੀਐਸਟ ਰੈਫਰੈਂਸ ਫॉर ਸਿੰਗਿੰਗ। ਯਜੁਰਵੇਦ ਕੀ ਆ? ਇਹਦੇ ਵਿੱਚ ਕੀ ਮੇਨ ਗੱਲ ਆ? ਬੁੱਕ ਆਫ ਪ੍ਰੇਅਰਸ ਆ। ਇਹਦੇ ਵਿੱਚ ਕੀ ਆ? ਰਿਚੁਅਲਸ ਆ। ਪ੍ਰਾਰਥਨਾ ਕਰਦੇ ਸਮੇਂ ਕਿਹੜੇ ਕਿਹੜੇ ਕਰਮਕਾਂਡ ਦਾ, ਰਿਚੁਅਲਸ ਦਾ, ਕਿਹੜੇ ਕਿਹੜੇ ਰੀਤੀ ਰਿਵਾਜ ਕਹਿ ਲਓ ਜਾਂ ਰਿਚੁਅਲਸ ਦਾ ਧਿਆਨ ਰੱਖਣਾ। ਅਥਰਵਵੇਦ ਦ ਬੁੱਕ ਆਫ ਮੈਜਿਕ ਐਂਡ ਚਾਰਮਸ, ਜਾਦੂਈ ਜੰਤਰ ਮੰਤਰ ਦੀ ਕਿਤਾਬ, ਤਾਂ ਕਿ ਬਿਮਾਰੀਆਂ ਤੋਂ, ਬੁਰੀ ਸ਼ਕਤੀਆਂ ਤੋਂ ਬਚਾਇਆ ਜਾ ਸਕੇ। Who among the following was not a contemporary of other three? ਇਹਨਾਂ ਚਾਰਾਂ ਵਿੱਚੋਂ ਇੱਕ ਬੰਦਾ ਦੂਸਰੇ ਦੇ ਸਮੇਂ ਵਿੱਚ ਨਹੀਂ ਹੋਇਆ, ਇਹ ਅਲੱਗ ਹੀ ਉਹਦਾ ਟਾਈਮ ਪੀਰੀਅਡ ਸੀ। ਬਿੰਬੀਸਾਰ, ਗੌਤਮ ਬੁੱਧ। ਇਹ ਹੈ ਅਸੀਂ ਪੜ੍ਹਿਆ, ਬਿੰਬੀਸਾਰ ਤੇ ਅਜਾਤ ਸ਼ਤਰੂ ਦੇ ਟਾਈਮ ਗੌਤਮ ਬੁੱਧ ਹੋਏ ਆ। ਇਹਦਾ ਮਤਲਬ ਇਹ ਤਾਂ ਹੋ ਗਏ ਇੱਕ ਗਰੁੱਪ 'ਚ। ਅੱਗੇ ਗੱਲ ਆਉਂਦੀ ਮਿਲਿੰਦਾ ਦੀ। ਅਸੀਂ ਮਿਲਿੰਦ ਪਨੋ ਪੜ੍ਹਿਆ। ਇਹ ਮਿਲਿੰਦਾ ਕੀ ਸੀ? ਇਹਨੂੰ ਮਨਿੰਦਰ ਵੀ ਕਹਿੰਦੇ ਸੀ। ਇਹ ਇੱਕ ਭਾਰਤੀ ਯੂਨਾਨੀ ਰਾਜਾ ਸੀ, ਇੰਡੋ ਗ੍ਰੀਕੀ ਕਿੰਗ ਸੀ, ਨਾਰਥ ਵੈਸਟ ਇੰਡੀਆ ਵਿੱਚ ਰਾਜ ਕਰਦਾ ਸੀ, ਪਾਕਿਸਤਾਨ ਅਫਗਾਨਿਸਤਾਨ ਸਾਈਡ ਅੱਜ ਦੇ। ਇਹ ਈਸਾ ਤੋਂ 200 ਸਾਲ ਪਹਿਲਾਂ ਹੋਇਆ ਆ। ਇਹਦਾ ਟਾਈਮ ਪੀਰੀਅਡ ਅਲੱਗ ਆ, ਕਿਉਂਕਿ ਇਹਦੀ ਡਿਸਕਸ਼ਨ ਹੋਈ ਆ ਬੁੱਧਿਸਟ ਮੌਂਕ ਨਾਗਸੇਨਾ ਨਾਲ, ਤੇ ਬੁੱਧਿਸਟ ਮੌਂਕ ਨਾਗਸੇਨਾ ਇਹਦਾ ਮਤਲਬ ਮਹਾਤਮਾ ਬੁੱਧ ਤੋਂ ਬਾਅਦ ਹੋਇਆ ਆ। ਠੀਕ, ਹੁਣ ਜੇ ਸਾਨੂੰ ਪ੍ਰਸਨਜੀਤ ਨਹੀਂ ਵੀ ਪਤਾ, ਸਾਨੂੰ ਇਹ ਪਤਾ ਲੱਗ ਗਿਆ ਕਿ ਬਿੰਬੀਸਾਰ ਤੇ ਗੌਤਮ ਬੁੱਧ ਦੇ ਨਾਲ ਮੇਲ ਨਹੀਂ ਖਾਂਦਾ ਮਿਲਿੰਦਾ। ਇਹਦਾ ਮਤਲਬ ਮਿਲਿੰਦਾ ਆਨਸਰ ਆ। ਮਿਲਿੰਦਾ ਇਹਨਾਂ ਦੇ ਟਾਈਮ ਵਿੱਚ ਨਹੀਂ ਹੋਇਆ ਤੇ ਪ੍ਰਸਨਜੀਤ ਇਹਨਾਂ ਦੇ ਟਾਈਮ ਵਿੱਚ ਹੋਇਆ ਹੋਏਗਾ। ਅਸੀਂ ਆਨਸਰ ਤਾਂ ਇੱਕ ਹੀ ਚੱਕਣਾ ਆ, ਸੀ ਆਨਸਰ ਆ। ਥੋੜਾ ਪੜ੍ਹ ਲਓ। ਬਿੰਬੀਸਾਰ ਹਰਿਅੰਕਰ ਰਾਜਵੰਸ਼ ਨਾਲ ਸੰਬੰਧਿਤ ਸੀ। ਉਸਦੇ ਅਧੀਨ ਮਗਧ ਸਾਮਰਾਜ ਪ੍ਰਸਿੱਧ ਹੋਇਆ। ਉਹ ਬੁੱਧ ਦਾ ਸਮਕਾਲੀ ਸੀ। ਉਸਨੇ ਵਿਆਹ ਦੇ ਗੱਠਜੋੜ ਦੁਆਰਾ ਆਪਣੀ ਸਥਿਤੀ ਨੂੰ ਮਜ਼ਬੂਤ ਕੀਤਾ। ਉਸਦੀ ਪਹਿਲੀ ਪਤਨੀ ਪ੍ਰਸਨਜੀਤ, ਜੋ ਕਿ ਕੌਸ਼ਲਾ ਦੇ ਰਾਜੇ ਦਾ ਪੁੱਤਰ ਸੀ, ਦੀ ਭੈਣ ਸੀ, ਜੋ ਕਿ ਬੁੱਧ ਦਾ ਸਮਕਾਲੀ ਵੀ ਸੀ। ਸਿੰਪਲੀ ਕਹਿ ਲਈਏ ਪ੍ਰਸਨਜੀਤ ਵੀ ਬੁੱਧ ਦਾ ਸਮਕਾਲੀ ਸੀ। ਠੀਕ ਹੈ ਜੀ, ਅੱਗੇ ਚੱਲਦੇ ਹਾਂ। Who among the following led the foundation of ਰਾਸ਼ਟਰਕੂਟ ਅੰਪਾਇਰ? ਜਿਹੜਾ ਰਾਸ਼ਟਰਕੂਟ ਸਾਮਰਾਜ ਸੀ ਉਹਦਾ ਫਾਊਂਡੇਸ਼ਨ ਕਿਸ ਨੇ ਰੱਖੀ? ਸਿੰਪਲ ਕਹਿ ਦਈਏ ਕਿ ਇਹਦਾ ਪਹਿਲਾ ਰਾਜਾ ਕਿਹੜਾ ਸੀ? ਉਹ ਸੀ ਜੀ ਦਾਂਤੀ ਦੁਰਗ। ਠੀਕ ਹੈ ਜੀ, ਅੱਗੇ ਦੇਖੋ ਜੀ, ਆ ਪੜ੍ਹ ਲਿਆ ਆਪਾਂ। Between which of the following was the ancient town of ਤਕਸ਼ਿਲਾ located? ਪੁਰਾਣੇ ਸਮੇਂ 'ਚ ਜਿਹੜਾ ਤਕਸ਼ਿਲਾ ਸ਼ਹਿਰ ਸੀ, ਜਿੱਥੇ ਤਕਸ਼ਿਲਾ ਯੂਨੀਵਰਸਿਟੀ ਵੀ ਸੀ, ਉਹ ਕਿਹੜੇ ਦੋ ਦਰਿਆਵਾਂ ਦੇ ਵਿਚਕਾਰ ਸੀ? ਇੰਡਸ ਐਂਡ ਜੇਲਮ, ਸਿੰਧੂ ਤੇ ਜੇਲਮ ਨਦੀ ਦੇ ਵਿਚਕਾਰ। ਜੇਲਮ ਤੇ ਚਨਾਬ ਤੇ ਰਾਵੀ ਤੇ ਬਿਆਸ। ਹੁਣ ਤੁਸੀਂ ਮਾਈਂਡ 'ਚ ਦੇਖਣਾ, ਆਹ ਦੇਖੋ, ਆਹ ਤੁਹਾਡੀ ਸਿੰਧੂ ਆ, ਆਹ ਤੁਹਾਡੀ ਕਿਹੜੀ ਆ? ਜੇਲਮ ਆ। ਠੀਕ ਹੈ ਨਾ, ਆਹ ਤੁਹਾਡੀ ਕਿਹੜੀ ਆ? ਚਨਾਬ ਆ, ਆਹ ਹੈ ਰਾਵੀ। ਠੀਕ ਹੈ, ਆਹ ਕਿਹੜੀ ਆ? ਬਿਆਸ। ਉਹ ਥੱਲੇ ਕਿਹੜੀ ਆ? ਸਤਲੁਜ। ਇਹ ਏਦਾਂ ਨਦੀਆਂ ਚੱਲਦੀਆਂ, ਤੁਹਾਨੂੰ ਯਾਦ ਹੋਣੀ ਚਾਹੀਦੀਆਂ, ਇੱਥੋਂ ਪ੍ਰਸ਼ਨ ਆਏ ਹੋਏ ਆ। ਤੇ ਇੰਨਾ ਸਾਨੂੰ ਪਤਾ ਸੀ ਥੋੜਾ ਜਿਹਾ ਅੰਦਾਜ਼ੇ ਨਾਲ ਕਿ ਜਿਹੜਾ ਤਕਸ਼ਿਲਾ ਆ ਇਹ ਉੱਪਰ ਜਿਹਾ ਆ, ਇਹ ਥੱਲੇ ਨਹੀਂ, ਉੱਪਰ ਜਿਹਾ ਆ। ਇਹ ਜੀ ਉੱਪਰਲੀਆਂ ਦੋ ਨਦੀਆਂ ਦੇ ਵਿਚਕਾਰ ਸਥਿਤ ਸੀ, ਸਿੰਧੂ ਤੇ ਜੇਲਮ ਦੇ ਵਿਚਕਾਰ, ਇੰਡਸ ਤੇ ਜੇਲਮ ਦੇ ਵਿਚਕਾਰ। ਨਕਸ਼ਾ ਦੇਖ ਲਈਏ, ਆਹ ਦੇਖੋ, ਆਹ ਸੀ ਸਿੰਧੂ, ਦੂਸਰੀ ਨਦੀ ਜੇਲਮ, ਇਹਦੇ ਵਿਚਕਾਰ ਸੀ ਜੀ ਤਕਸ਼ਿਲਾ। ਯਾਦ ਰੱਖਣਾ ਤੁਸੀਂ, ਤਕਸ਼ਿਲਾ ਇੱਥੇ ਸੀ। ਥੋੜਾ ਹੋਰ ਦੇਖ ਲਓ ਜੀ, ਮੇਰਠ ਗੰਗਾ ਤੇ ਜਮੁਨਾ ਦੇ ਵਿਚਕਾਰ ਸਥਿਤ ਹੈ। ਅੱਜ ਦੇ ਟਾਈਮ 'ਚ ਮੇਰਠ, ਇੱਕ ਪਾਸੇ ਗੰਗਾ ਆ, ਦੂਜੇ ਪਾਸੇ ਜਮੁਨਾ, ਉਹਦੇ ਵਿਚਕਾਰ ਆ ਜੀ ਮੇਰਠ। ਠੀਕ ਹੈ ਜੀ, ਇਸ ਤਰ੍ਹਾਂ ਤੁਹਾਨੂੰ ਨਦੀਆਂ ਦੀ ਸੀਕੁਐਂਸ ਵੀ ਪਤਾ ਹੋਣੀ ਚਾਹੀਦੀ ਆ, ਜੀਓਗ੍ਰਾਫੀ ਵਿੱਚ ਪੁੱਛੇ ਜਾ ਸਕਦੇ ਆ। ਠੀਕ ਹੈ ਜੀ, ਅੱਜ ਲਈ ਨਹੀਂ ਰੱਖਦੇ ਹਾਂ ਜੀ, ਬਾਕੀ ਨੈਕਸਟ ਕਲਾਸ ਕਰਦੇ ਹਾਂ। ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ।